63 ਦਾ ਮੇਰਾ ਜਨਮ ਹੈ ਤੇ 75 ਦੇ ਵਿੱਚ ਮੈਂ ਅੰਮ੍ਰਿਤਪਾਨ ਕੀਤਾ ਸੀਗਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਲ। ਤੇ ਜਦੋਂ ਫਿਰ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਬਣਦੇ ਨੇ ਤੇ ਉਹ ਦਮਦਮੀ ਟਕਸਾਲ ਨਾਲ ਸੰਬੰਧਿਤ ਸੀਗੇ। ਫਿਰ ਮੇਰੇ ਵੀ ਜਿਹੜਾ ਮੇਲ ਜੋੜ ਹੈ ਉਹ ਫੈਡਰੇਸ਼ਨ ਵੱਲ ਨੂੰ ਹੋ ਜਾਂਦਾ ਹੈ। ਤੇ ਫਿਰ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਦੀ ਇੰਦਰਾ ਗਾਂਧੀ ਤੇ ਉਹਦੇ ਉਸ ਸਮੇਂ ਸਾਡੀ ਗ੍ਰਿਫਤਾਰੀ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮੈਂ ਪਹਿਲੀ ਵਾਰ ਉਮੀਦਵਾਰ ਬਣਿਆ, ਫਿਰ 2012 'ਚ ਬਣਿਆ ਤੇ ਦੋਨੋਂ ਵਾਰੀ ਮੈਂ ਆਪਣੇ ਹਲਕੇ ਤੋਂ ਪਹਿਲਾ ਨਾਂ ਸੀਗਾ ਬਲਟੋਹਾ, ਫਿਰ ਖੀਮਕਰਨ ਬਣਿਆ, ਉੱਥੋਂ ਮੈਂ ਵਿਧਾਇਕ ਚੁਣਿਆ ਗਿਆ। ਸਰਦਾਰ ਤੇਂਦਰਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਸੀ, ਹੁਣ ਪਟਿਆਲੇ ਰਹਿੰਦੇ ਆ। ਅੱਜ ਕੱਲ੍ਹ ਉਹ ਵੀ ਬੜਾ ਵੈਬ ਚੈਨਲ ਜਿਹਾ ਚਲਾਉਂਦੇ, ਪਰ ਗੱਲਾਂ ਪੁੱਠੀਆਂ ਕਰਦੇ ਆ। ਕਾਮਰੇਡ ਨੂੰ ਕਹਿੰਦਾ ਬੰਦੇ ਦੇ ਪੁੱਤ ਬਣ ਕੇ ਪੰਜਾਬ ਦੀ ਧਰਤੀ 'ਤੇ ਤੁਹਾਨੂੰ ਹੁਣ ਨਹੀਂ ਚੱਲਣ ਦੇਣਾ। ਜੇ ਤਾਂ ਬੰਦੇ ਦੇ ਪੁੱਤ ਬਣ ਕੇ ਹੁੰਦੇ ਜੇ ਤਦ ਠੀਕ ਹੈ, ਨਹੀਂ ਤਾਂ ਫਿਰ ਛਿੱਤਰ ਫੇਰਾਂਗੇ। ਤਕਰਾਰ ਬਣਿਆ ਤੁਹਾਡਾ, ਹੈ ਨਾ, ਇੰਨੀ ਲੜਾਈ ਬਣੀ, ਕੋਈ ਸਿਧਾਂਤਕ ਕੀ ਤੁਹਾਡਾ ਵਖਰੇਵਾਂ ਕੀ ਸੀ? ਤੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਤੁਸੀਂ ਲਾਲ ਝੰਡੇ ਚੁੱਕ ਕੇ ਚੀਨ ਦੀ ਤੇ ਰਸ਼ੀਆ ਦੀ ਗੱਲ ਕਰੀ ਜਾਓ। ਤੇ ਜਿੱਥੇ ਸਿੱਖੀ ਦੀ ਗੱਲ ਹੋਣੀ ਚਾਹੀਦੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਹੋਣੀ ਚਾਹੀਦੀ ਹੈ, ਕਰਦੇ ਆ ਜੀ। ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਉਹ ਵੀ ਕਰਦੇ ਆ ਜੀ। ਉਹ ਤਾਂ ਹੁਣ ਲੱਗੇ ਆ, ਉਹ ਤਾਂ ਹੁਣ ਲੱਗੇ ਗੱਲ ਕਰਨ। ਪਹਿਲੋਂ ਕਿੱਥੇ ਕਰਦੇ ਸੀਗੇ? ਪਹਿਲੋਂ ਤਾਂ ਉਹ ਦਰਬਾਰ ਸਾਹਿਬ ਦੇ ਸਰੋਵਰਾਂ ਨੂੰ ਕਹਿੰਦੇ ਸੀ ਐਵੇਂ ਜੀ 'ਚ ਝੋਨਾ ਲਾਉਣਾ ਚਾਹੀਦਾ। ਇਹ ਤਾਂ ਕਾਮਰੇਡ ਆਮ ਕਹਿੰਦੇ ਹੁੰਦੇ ਸੀਗੇ। ਸਤਿ ਸ਼੍ਰੀ ਅਕਾਲ, ਜਿੰਦਾਬਾਦ ਚੈਨਲ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਵਰਿੰਦਰ ਔਲਖ। ਇੰਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਦੇਸ਼ ਦੀ ਸਿਆਸਤ ਦੇ ਵਿੱਚ ਬੜਾ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਨਹੀਂ ਵੀ ਵਾਪਰਨਾ ਚਾਹੀਦਾ, ਤੇ ਬੜਾ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਸਾਨੂੰ ਹੈਰਾਨ ਕਰਦਾ ਤੇ ਪਰੇਸ਼ਾਨ ਵੀ ਕਰਦਾ ਹੈ। ਸੱਚੋ ਸੱਚ ਟੂ ਮੱਚ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਵਿਰਸਾ ਸਿੰਘ ਵਲਟੋਹਾ ਜੀ ਦੇ ਕੋਲ ਪਹੁੰਚੇ ਹਾਂ। ਵਿਰਸਾ ਸਿੰਘ ਵਲਟੋਹਾ ਜੀ ਦੀ ਨਿੱਜੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਸਿਆਸੀ ਸਫ਼ਰ ਦੇ ਬਾਰੇ ਤੇ ਨਾਲ ਦੀ ਨਾਲ ਮੌਜੂਦਾ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਵਰਿੰਦਰ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹਿਲਾਂ ਨਿੱਜੀ ਜ਼ਿੰਦਗੀ ਬਾਰੇ ਗੱਲ ਕਰ ਲਈਏ ਕਿ ਪਹਿਲਾਂ ਸਿਆਸੀ ਸਫ਼ਰ ਬਾਰੇ ਗੱਲ ਕਰੀਏ? ਤੁਸੀਂ ਮੈਨੂੰ ਇਹ ਤੁਸੀਂ ਦੱਸ ਦਿਓ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਇੰਟਰਵਿਊਜ਼ ਆ ਉਹ ਬੜੀਆਂ ਨੋਨ ਪੋਲੀਟੀਕਲ ਹੋ ਰਹੀਆਂ ਜੀ। ਤੇ ਮੈਂ ਕਿਹਾ ਵੀ ਨੋਨ ਪੋਲੀਟੀਕਲ ਵੀ ਕਰ ਸਕਦੇ ਤੁਸੀਂ ਚਾਹੋ ਤਾਂ। ਨਹੀਂ, ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ। ਉਹ ਸਵਾਲ ਤਾਂ ਤੁਹਾਡੇ ਹੋਣੇ ਆ, ਜੋ ਤੁਹਾਡੇ ਸਵਾਲ ਸਾਡੇ ਹੋਣੇ ਆ, ਉਹ ਸਵਾਲ ਤਾਂ ਛੱਡਣੇ ਨਹੀਂ ਹੈਗੇ। ਪਰ ਮੈਂ ਕਹਿੰਦਾ ਪਹਿਲਾਂ ਤੁਸੀਂ ਚੂਜ਼ ਕਰ ਸਕਦੇ ਹੋ ਵੀ ਕਿਹੜੀ। ਸੋ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਸਿਆਸੀ ਸਫ਼ਰ ਦੇ ਬਾਰੇ ਗੱਲਬਾਤ ਕਰਾਂਗੇ ਕਿ ਕਿੱਥੋਂ ਸ਼ੁਰੂ ਹੁੰਦਾ ਜੀ ਤੁਹਾਡਾ ਸਿਆਸੀ ਸਫ਼ਰ? ਦੇਖੋ, ਮੈਂ ਨਾ ਤਾਂ ਮੈਂ ਕੋਈ ਸਿਆਸੀ ਸੀ। ਪਹਿਲੀ ਤਾਂ ਗੱਲ ਹੈ ਕਿ ਮੇਰੇ ਪਰਿਵਾਰ 'ਚੋਂ, ਮੇਰੇ ਦਾਦਕਿਆਂ 'ਚੋਂ, ਮੇਰੇ ਨਾਨਕਿਆਂ 'ਚੋਂ ਜੀ ਜਿਸ ਤੱਕ ਮੈਨੂੰ ਸੰਭਾਲ ਹੈ, ਸ਼ਾਇਦ ਕੋਈ ਪੰਚਾਇਤ ਮੈਂਬਰ ਵੀ ਨਹੀਂ ਬਣੇ। ਔਰ 1980 ਦੇ ਵਿੱਚ ਜਦੋਂ ਫੈਡਰੇਸ਼ਨ ਨੇ, ਆਲ ਇੰਡੀਆ ਸਿੱਖ ਨੂੰ ਫੈਡਰੇਸ਼ਨ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਤੇ ਭਾਈ ਅਮਰੀਕ ਸਿੰਘ ਹੋਰੀ ਜਿਹੜੇ ਸ਼ਹੀਦੀ ਪਾ ਗਏ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ, ਉਹ ਫੈਡਰੇਸ਼ਨ ਦੇ ਪ੍ਰਧਾਨ ਬਣੇ। ਇੱਕ ਤਾਂ ਉਹ ਸਾਡੇ ਇਲਾਕੇ ਦੇ ਸੀਗੇ, ਬਲਟੋਹੇ ਦੇ ਨਾਲ ਹੀ ਉਹਨਾਂ ਦਾ ਪਿੰਡ ਹੈ ਭੂਰਾ ਕੋਨਾ। ਦੂਜਾ ਉਹ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹਨਾਂ ਦੇ ਬੇਟੇ ਸੀ। ਤੇ ਸਾਡਾ ਪਰਿਵਾਰ ਦਮਦਮੀ ਟਕਸਾਲ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀਗਾ, ਮਤਲਬ ਸ਼ਰਧਾਲੂ ਤੇ ਸਮਰਥਕ ਸੀਗਾ ਜੀ। ਤੇ ਇਸ ਕਰਕੇ ਜਿਹੜੀਆਂ ਮੇਰੀਆਂ ਵੀ ਭਾਵਨਾਵਾਂ ਸੀਗੀਆਂ ਉਹ ਸ਼ੁਰੂ ਤੋਂ, ਕਿਉਂਕਿ ਮੈਂ ਬਚਪਨ ਤੋਂ ਹੀ ਜਦੋਂ ਹੋਸ਼ ਸੰਭਾਲੀ ਸੀ, ਮੈਂ 63 ਦਾ ਮੇਰਾ ਜਨਮ ਹੈ ਤੇ 75 ਦੇ ਵਿੱਚ ਮੈਂ ਅੰਮ੍ਰਿਤਪਾਨ ਕੀਤਾ ਸੀਗਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਲ। ਤੇ ਮੈਂ ਦਮਦਮੇ ਟਕਸਾਲ ਨਾਲ ਜੁੜਿਆ ਹੋਇਆ ਸੀਗਾ। ਤੇ ਜਦੋਂ ਫਿਰ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਬਣਦੇ ਨੇ ਤੇ ਉਹ ਦਮਦਮੀ ਟਕਸਾਲ ਨਾਲ ਸੰਬੰਧਿਤ ਸੀਗੇ। ਫਿਰ ਮੇਰੇ ਵੀ ਜਿਹੜਾ
ਮੇਲ ਜੋਲ ਹੈ ਉਹ ਫੈਡਰੇਸ਼ਨ ਵੱਲ ਨੂੰ ਹੋ ਜਾਂਦਾ ਹੈ। ਜੀ 1980 ਦੇ ਵਿੱਚ ਮੈਂ ਕਾਲਜ ਦਾਖਲਾ ਲੈਣਾ ਹੈ ਅਤੇ ਉਸ ਕਾਲਜ ਦਾ ਮੈਨੂੰ ਆਲ ਇੰਡੀਆ ਸਿੱਖ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਜਾਂਦਾ ਜੀ ਔਰ 1982 ਦੇ ਵਿੱਚ ਧਰਮ ਯੁੱਧ ਮੋਰਚਾ ਲੱਗਦਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਥਾਰਾ ਸਿੰਘ ਜੀ ਅਤੇ ਹੋਰ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕਰਦੇ ਹੈ। ਅਤੇ ਦੂਜੇ ਬੰਨੇ ਜਿਹੜੀ SYL ਦਾ ਨੀਂਹ ਪੱਥਰ ਰੱਖਿਆ ਸੀ ਇੰਦਰਾ ਗਾਂਧੀ ਨੇ ਜੀ, ਅਤੇ ਉਸ ਸਮੇਂ ਦੀ ਕਾਂਗਰਸੀ ਹਕੂਮਤ ਦਰਬਾਰਾ ਸਿੰਘ ਮੁੱਖ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਰੇ ਜਿਹੜੇ ਸੰਯੋਜਕ ਸੀਗੇ ਜੀ, ਅਤੇ ਇਹਨਾਂ ਦੇ ਵਿਰੁੱਧ ਉੱਧਰੋਂ ਸ਼੍ਰੋਮਣੀ ਅਕਾਲੀ ਦਲ ਨੇ ਕਪੂਰੀ 'ਚ ਹੀ ਮੋਰਚਾ ਸ਼ੁਰੂ ਕੀਤਾ ਸੀ। 19 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਪਦਾ ਮੋਰਚਾ ਸ਼ੁਰੂ ਕਰਦੇ ਨੇ। ਜੀ ਉੱਧਰੋਂ ਬਰਾਬਰ 'ਤੇ ਕਪੂਰੀ 'ਚ ਮੋਰਚਾ ਚੱਲਦਾ ਹੁੰਦਾ ਆ ਅਤੇ ਫਿਰ ਦੋਨੋਂ ਧਿਰਾਂ ਹੀ ਸਲਾਹ ਕਰਕੇ ਰਜ਼ਾਮੰਦੀ ਦੇ ਨਾਲ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਸ਼੍ਰੀ ਮੰਜੀ ਸਾਹਿਬ ਤੋਂ ਧਰਮ ਯੁੱਧ ਮੋਰਚੇ ਦਾ ਆਗਾਜ਼ ਕਰਦੇ ਨੇ। ਜੀ ਤੇ ਉਸ ਧਰਮ ਯੁੱਧ ਮੋਰਚੇ ਦੇ ਦੌਰਾਨ ਕਿਉਂਕਿ ਇੱਕ ਦਮਦਮੀ ਟਕਸਾਲ ਨਾਲ ਜੁੜੇ ਸੀ, ਦੂਸਰੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੀਗੇ ਸੰਬੰਧ, ਅਤੇ ਤੀਜਾ ਕਿਉਂਕਿ ਸੋਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਸੀਗੀ ਅਤੇ ਕਾਲਜ ਵਿੱਚ ਪੜ੍ਹਦਿਆਂ ਹੋਇਆਂ ਵੀ ਜਿਹੜੀਆਂ ਫਿਰ ਇੱਧਰ ਸਰਗਰਮੀਆਂ ਸ਼ੁਰੂ ਜੇ ਉਸ ਸਮੇਂ ਮੋਰਚੇ ਨੂੰ ਲੈ ਕੇ ਆਪਦਾ ਸਰਗਰਮ ਜਿਹੜਾ ਰੋਲ ਅਦਾ ਕੀਤਾ। ਅਤੇ ਫਿਰ ਹਾਲਾਤ ਇਹੋ ਜਿਹੇ ਬਣ ਗਏ ਕਿ ਕਿਉਂਕਿ ਉਸ ਸਮੇਂ ਸਖਤੀ ਬੜੀ ਹੋ ਗਈ ਸੀ ਨੌਜਵਾਨਾਂ 'ਤੇ, ਅਤੇ ਮੇਰਾ ਵੀ ਜਿਹੜੀ ਦਾਇਰਾ ਆ ਜਾਂ ਕਹਿ ਦਈਏ ਕਿ ਮੂਵਮੈਂਟ ਸੀਗੀ ਉਹ ਸੀਮਤ ਹੋ ਕੇ ਬਾਕੀਆਂ ਵਾਂਗ ਦਰਬਾਰ ਸਾਹਿਬ ਤੱਕ ਸੀਮਤ ਰਹਿ ਗਈ। ਪੁਲਿਸ ਦਾ ਛਾਪਾਮਾਰੀ ਸ਼ੁਰੂ ਹੋ ਗਈ ਅਤੇ ਫਿਰ ਜਦੋਂ ਸ਼੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਦੀ ਇੰਦਰਾ ਗਾਂਧੀ, ਉੱਥੇ ਜੋ ਕੁਛ ਵਾਪਰਿਆ ਉਹ ਮੇਰਾ ਖਿਆਲ ਕਿਸੇ ਨੂੰ ਵਿਓਲਾ ਨਹੀਂ, ਅਤੇ ਉਸ ਸਮੇਂ ਸਾਡੀ ਗ੍ਰਿਫਤਾਰੀ ਹੁੰਦੀ ਹੈ। ਅਤੇ ਗ੍ਰਿਫਤਾਰੀ ਹੋਣ ਤੋਂ ਬਾਅਦ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਜੋਧਪੁਰ ਜੇਲ੍ਹ 'ਚ ਜਿਹੜੀ ਰਾਜਸਥਾਨ ਦੀ ਸੀਗੀ ਉੱਥੇ ਭੇਜਿਆ ਜਾਂਦਾ। ਉੱਥੇ ਮੈਂ ਪੌਣੇ 5 ਸਾਲ ਰਹਿਣਾ ਔਰ ਮੇਰੇ ਉੱਤੇ ਦਰਜਨਾਂ ਕੇਸ ਜਿਹੜੇ ਨੇ ਉਹ ਪਾਏ ਗਏ ਸੀਗੇ ਉਸ ਸਮੇਂ ਦੀ ਸਰਕਾਰ ਵੱਲੋਂ, ਜਿਨ੍ਹਾਂ ਦੇ ਵਿੱਚੋਂ ਇੱਕ ਦਿੱਲੀ ਦਾ ਕੇਸ ਵੀ ਸੀਗਾ। ਫਿਰ ਮੈਨੂੰ ਉੱਥੋਂ ਜੋਧਪੁਰ ਜੇਲ੍ਹ ਤੋਂ ਦਿੱਲੀ ਲੈ ਜਾਂਦੇ, ਉੱਥੇ ਤਿਹਾੜ ਜੇਲ੍ਹ ਦੇ ਵਿੱਚ ਮੈਂ ਲਗਭਗ ਸਾਲ ਰਹਿਣਾ। ਉੱਥੋਂ ਫਿਰ ਮੇਰੀ ਤਬਦੀਲੀ ਅੰਮ੍ਰਿਤਸਰ ਜੇਲ੍ਹ ਦੀ ਹੁੰਦੀ ਅਤੇ ਅੰਮ੍ਰਿਤਸਰ ਜੇਲ੍ਹ ਤੋਂ ਮੈਨੂੰ ਜਿਹੜਾ ਆ ਜੁਲਾਈ 1991 'ਚ ਪਹਿਲੀ ਵਾਰ ਰਿਹਾਈ ਮਿਲਦੀ। ਫਿਰ ਵਾਰ-ਵਾਰ ਫਿਰ ਪੁਲਿਸ ਵੱਲੋਂ ਫੜਿਆ ਜਾਂਦਾ ਰਿਹਾ, NS ਲਗਾਈ ਗਈ, ਵੱਖ-ਵੱਖ ਹੋਰ ਕੇਸ ਵੀ ਪਾਏ ਗਏ, ਵਾਰ-ਵਾਰ ਸਮੇਂ ਮਤਲਬ ਜਿਹੜਾ ਆ ਕਈ ਵਾਰ ਉਸ ਸਮੇਂ ਦੌਰਾਨ ਜੇਲ੍ਹ ਵਿੱਚ ਜਾਣਾ ਪਿਆ। ਇਹਦੇ ਦਰਮਿਆਨ ਹੀ ਕਿਉਂਕਿ 1992 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸੰਬੰਧਿਤ ਪੰਥਕ ਧਿਰਾਂ ਨੇ ਜਿਹੜੀਆਂ ਚੋਣਾਂ ਹੋਈਆਂ ਸੀ ਉਹਦਾ ਬਾਈਕਾਟ ਕਰਤਾ ਸੀਗਾ, ਅਤੇ ਬੇਅੰਤ ਸਿੰਘ ਦੀ ਸਰਕਾਰ ਬਣ ਗਈ ਸੀ। ਅਤੇ ਦੂਸਰੇ ਬੰਨੇ ਜ਼ਿਆਦੀਆਂ ਵੱਧ ਗਈਆਂ ਸੀਗੀਆਂ ਪੰਜਾਬ ਦੀ ਧਰਤੀ ਦੇ ਉੱਤੇ, ਸਿੱਖ ਯੂਥ ਦੇ ਉੱਤੇ, ਅਕਾਲੀ ਲੀਡਰਾਂ ਦੇ ਉੱਤੇ, ਅਕਾਲੀ ਸਮਰਥਕਾਂ ਦੇ ਉੱਤੇ, ਦਮਦਮੀ ਟਕਸਾਲ ਨਾਲ ਸੰਬੰਧਿਤ ਜਿਹੜੇ ਵੀ ਉਹ ਸਮਰਥਕ ਸੀਗੇ। ਅਤੇ ਇਹਦੇ ਦਰਮਿਆਨ ਫਿਰੀਆਂ ਜਿਹੜੀਆਂ ਰਾਜਸੀ ਸਰਗਰਮੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵਧਾਈਆਂ, ਅਤੇ ਸਭ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਨ੍ਹਾਂ ਨੇ ਰਾਜਨੀਤਿਕ ਤੌਰ 'ਤੇ ਖੁੱਲ੍ਹ ਕੇ ਵਿਚਰਨਾ ਸ਼ੁਰੂ ਕੀਤਾ। ਅਤੇ ਭਾਵੇਂ ਕਿ ਅਸੀਂ ਉਹਨਾਂ ਨੂੰ ਜਾਣਦੇ ਸੀਗੇ, ਮੈਨੂੰ ਮੇਰੇ ਨਾਂ ਤੋਂ ਉਹ ਜਾਣਦੇ ਸੀ, ਪਰ ਮਿਲੇ ਨਹੀਂ ਸੀ ਕਦੇ। ਅਸੀਂ ਆਮ ਸਾਹਮਣੇ ਜੇ ਵੀ ਹੋਈਏ ਤਾਂ ਉਹਨਾਂ ਨੂੰ ਚੇਤਾ ਨਹੀਂ ਸੀਗਾ ਵੀ। ਅਤੇ ਫਿਰ ਜਦੋਂ ਮੈਂ ਉਹਨਾਂ ਨੂੰ ਮਿਲਦਾ ਹਾਂ ਅਤੇ ਉਹਨਾਂ ਨੂੰ ਪਤਾ ਲੱਗਦਾ ਕਿ ਮੈਂ ਫਲਾਣਾ ਹਾਂ, ਅਤੇ ਬੜੇ ਖੁਸ਼ ਹੁੰਦੇ ਨੇ। ਔਰ ਉਹ ਮੈਨੂੰ ਕਹਿੰਦੇ ਕਿ ਕਾਕਾ ਦੇਖੋ, ਤੁਸੀਂ ਜਿਸ ਸੋਚ ਦੇ ਮਾਲਕ ਜੇ,
ਤੇ ਹੋ ਸਕਦਾ ਕਿ ਉਸ ਸੋਚ ਦਾ ਮੈਂ ਵੀ ਧਾਰਨੀ ਹੋਵਾਂ, ਜੀ ਪਰ ਮੈਂ ਕਿਸੇ ਮਰਿਆਦਾ 'ਚ ਹਾਂ, ਕਿਸੇ ਸੰਵਿਧਾਨਕ ਅਹੁਦੇ 'ਤੇ ਹਾਂ, ਜੀ ਤੇ ਮੈਂ ਉਹ ਗੱਲਾਂ ਨਹੀਂ ਕਰ ਸਕਦਾ। ਤੁਹਾਡੇ 'ਚ ਜਜ਼ਬਾ ਹੈ, ਹਾਂਜੀ ਤੁਹਾਡੇ 'ਚ ਸ਼ਕਤੀ ਹੈ, ਜੀ ਤੁਸੀਂ ਜਵਾਨੀ 'ਚ ਜੇ, ਤੇ ਤੁਹਾਡੇ 'ਚ ਪੋਟੈਂਸ਼ੀਅਲ ਹੈ, ਜੀ ਤੇ ਤੁਸੀਂ ਤੇ ਤੁਹਾਡੇ ਵਰਗਿਆਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜ਼ਰੂਰਤ ਹੈ। ਜੀ ਤੇ ਉਹਨਾਂ ਨੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਪ੍ਰੇਰਿਆ। ਉਸ ਤੋਂ ਪਹਿਲਾਂ ਕੀ ਹੁੰਦਾ ਕਿ ਜਦੋਂ ਮੈਂ ਜੇਲ੍ਹ 'ਚ ਆਉਣਾ ਆ ਤੇ ਆਣ ਕੇ ਬੱਬਰ ਸਿੱਖ ਵਿਦਿਆਰਥੀ ਜਥੇਬੰਦੀ, ਮੈਂ ਇੱਕ ਨਵੀਂ ਸਟੂਡੈਂਟ ਜਿਹੜੀ ਆਰਗੇਨਾਈਜੇਸ਼ਨ ਹੈ ਖੁਦ ਉਹ ਖੜੀ ਕਰਦੇ ਹਾਂ। ਖੁਦ ਬਣਾਈ ਸੀ। ਹਾਂ, ਉਹ ਜਿਹੜਾ ਬੱਬਰ ਖਾਲਸਾ ਨਾਲ ਸੰਬੰਧਿਤ ਬੱਬਰ ਅਕਾਲੀ ਦਲ ਬਣਿਆ ਸੀਗਾ ਉਦੋਂ, ਜੀ ਤੇ ਬੱਬਰ ਅਕਾਲੀ ਦਲ ਦੇ ਨਾਲ ਹੀ ਸੰਬੰਧਿਤ ਬੱਬਰ ਸਿੱਖ ਵਿਦਿਆਰਥੀ ਜਥੇਬੰਦੀ ਬਣੀ ਸੀ। ਠੀਕ ਹੈ ਜੀ। ਤੋ ਕਿਉਂਕਿ ਜ਼ਿਆਦਾ ਲੰਬਾ ਸਮਾਂ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਉਹ ਜਥੇਬੰਦੀਆਂ ਚੱਲ ਨਹੀਂ ਸਕੀਆਂ, ਜੀ ਤੇ ਕੁਛ ਜਿਹੜੀ ਵਿਦਿਆਰਥੀ ਜੀਵਨ ਤੋਂ ਅਸੀਂ ਬਾਹਰ ਆ ਚੁੱਕੇ ਸੀਗੇ, ਜੀ ਤੇ ਉਹ ਫਿਰ ਮੈਨੂੰ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸੱਦਾ ਦਿੱਤਾ, ਪਿਆਰ ਨਾਲ ਗਲਵੱਕੜੀ 'ਚ ਲਿਆ ਕਿ ਕਾਕਾ ਤੁਹਾਡੇ ਵਰਗਿਆਂ ਦੀ ਅਕਾਲੀ ਦਲ ਨੂੰ ਜ਼ਰੂਰਤ ਹੈ, ਤੇ ਫਿਰ ਮੈਂ ਅਕਾਲੀ ਦਲ ਦੇ ਨਾਲ ਜੁੜ ਗਿਆ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਜੁੜ ਗਿਆ। ਤੇ ਫਿਰ ਅਕਾਲੀ ਦਲ ਦੇ ਵਿੱਚ ਹੀ ਪਹਿਲੇ ਮੈਨੂੰ ਐਗਜ਼ੈਕਟਿਵ ਮੈਂਬਰ ਪਾਇਆ ਗਿਆ। ਜੀ ਫਿਰ 1997 ਦੀ ਸਰਕਾਰ ਦੇ ਦੌਰਾਨ SS ਬੋਰਡ ਦਾ ਮੈਂਬਰ ਜਿਹੜਾ ਉਹ ਨਿਯੁਕਤ ਕੀਤਾ ਗਿਆ, ਠੀਕ ਹੈ ਜੀ। ਔਰ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਪਹਿਲੀ ਵਾਰ ਉਮੀਦਵਾਰ ਬਣਿਆ, ਫਿਰ 2012 'ਚ ਬਣਿਆ, ਜੀ ਤੇ ਦੋਨੋਂ ਵਾਰੀ ਮੈਂ ਆਪਣੇ ਹਲਕੇ ਤੋਂ, ਪਹਿਲਾ ਨਾਂ ਸੀਗਾ ਬਲਟੋਹਾ, ਫਿਰ ਖੇਮਕਰਨ ਬਣਿਆ, ਜੀ ਉੱਥੋਂ ਮੈਂ ਵਿਧਾਇਕ ਚੁਣਿਆ ਗਿਆ। ਜੀ ਔਰ 2017 ਦੀ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲੈਕਸ਼ਨ ਲੜੀ, ਤੇ ਹੁਣ 2022 ਦੀ ਲੜਾਂਗੇ, ਜਿੱਤਾਂਗੇ, ਤੇ ਪੰਜਾਬ 'ਚ ਸਰਕਾਰ ਬਣਾਵਾਂਗੇ। ਜੀ ਤੁਹਾਡੀ ਪਹਿਲੀ ਅਜਿਹੀ ਟਿਕਟ ਸੀਗੀ ਜਿਹੜੀ ਤੁਹਾਡੀ ਟਿਕਟ ਦਾ ਐਲਾਨ ਕੀਤਾ ਗਿਆ, ਇਸ ਦੇ ਪਿੱਛੇ ਕੀ ਕਾਰਨ ਸੀਗਾ? ਵੈਸੇ ਕੋਈ ਖਾਸ ਕਾਰਨ ਹੋਵੇ ਵੀ ਪਹਿਲੀ ਟਿਕਟ ਦਾ ਐਲਾਨ ਜੀ? ਤੇ ਵੈਸੇ ਇਸ ਟਿਕਟ ਦੇ ਉੱਪਰ ਕੰਟਰੋਵਰਸੀ ਵੀ ਸੀਗੀ, ਉਹ ਤੁਹਾਨੂੰ ਪਤਾ ਹੀ ਹੈ ਜੀ। ਨਹੀਂ ਦੇਖੋ, ਨਾ ਤਾਂ ਕੋਈ ਕੰਟਰੋਵਰਸੀ ਸੀ। ਜੀ ਕੰਟਰੋਵਰਸੀ ਹੁੰਦੀ ਹੈ ਪਾਰਟੀ 'ਚ, ਜੀ ਤੇ ਪਾਰਟੀ 'ਚ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਨਹੀਂ ਸੀ। ਸਮੁੱਚੀ ਲੀਡਰਸ਼ਿਪ ਨੂੰ ਪਤਾ ਸੀਗਾ ਕਿ ਖੇਮਕਰਨ ਤੋਂ ਜਦੋਂ ਕਿ ਮੇਰੀ ਟਿਕਟ ਅਨਾਊਂਸ ਵੀ ਨਹੀਂ ਸੀ ਹੋਈ, ਜਾਂ ਟਿਕਟਾਂ ਦੀ ਕੋਈ ਗੱਲ ਵੀ ਨਹੀਂ ਸੀ, ਉਸ ਸਮੇਂ ਪਤਾ ਸੀਗਾ ਕਿ ਆਉਣ ਵਾਲੀ ਇਲੈਕਸ਼ਨ ਵਿਰਸਾ ਸਿੰਘ ਬਲਟੋਹਾ ਨੇ ਲੜਨੀ ਹੈ। ਜੀ ਤੇ ਮੈਨੂੰ ਵੀ ਪਤਾ ਸੀਗਾ ਕਿ ਮੈਂ ਹੀ ਲੜਨੀ ਹੈ, ਤੇ ਮੇਰੇ ਹਲਕੇ ਦੇ ਲੋਕਾਂ ਨੂੰ ਪਤਾ ਸੀ ਕਿ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਹੀ ਆ। ਹੁਣ ਐਵੇਂ ਕੋਈ ਜਬਲੀ ਮਾਰ ਦੇਵੇ, ਐਵੇਂ ਹਵਾ 'ਚ ਕੋਈ ਆਣ ਕੇ ਛੱਡ ਦੇਵੇ, ਤੇ ਉਹਦਾ ਨਾ ਤਾਂ ਕੋਈ ਪਾਰਟੀ 'ਤੇ ਅਸਰ ਹੁੰਦਾ। ਤੇ ਕਿਉਂਕਿ ਮੇਰੀ ਟਿਕਟ ਇਸ ਕਰਕੇ ਅਨਾਊਂਸ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਮੰਗ ਦਾ ਜਵਾਬ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜੇ 4.5 ਸਾਲ ਦੀ 4 ਸਾਲ ਦੀ ਉਹਨਾਂ ਦੀ ਕਾਰਗੁਜ਼ਾਰੀ ਸੀ, ਉਹਦੀ ਕਾਰਗੁਜ਼ਾਰੀ ਦੇ ਉੱਤੇ ਜਵਾਬ ਮੰਗਣੇ ਸ਼ੁਰੂ ਕੀਤੇ ਤੇ ਰੈਲੀਆਂ ਸ਼ੁਰੂ ਕੀਤੀਆਂ। ਤਾਂ ਸਭ ਤੋਂ ਪਹਿਲੀ ਜਿਹੜੀ ਰੈਲੀ ਸੀਗੀ ਉਹ ਮੇਰੇ ਹਲਕੇ ਤੋਂ ਸ਼ੁਰੂ ਕੀਤੀ ਗਈ। ਮੇਰਾ ਖਿਆਲ ਹੈ ਕਿ ਤੁਸੀਂ ਸ਼ਾਇਦ ਦੇਖੀ ਹੈ ਕਿ ਨਹੀਂ ਦੇਖੀ, ਉਹ ਲਾਮਸਾਲ ਰੈਲੀ ਸੀਗੀ, ਔਰ ਉੱਥੇ ਫਿਰ ਮੇਰੀ ਟਿਕਟ ਅਨਾਊਂਸ ਕੀਤੀ ਗਈ। ਉਸ ਤੋਂ ਬਾਅਦ ਜਿੰਨੀਆਂ ਰੈਲੀਆਂ ਹੋਈਆਂ ਨੇ, ਜਿਹੜੇ ਹਲਕੇ 'ਚ ਹੋਈਆਂ ਨੇ, ਉਹ ਸਾਰੇ ਉਮੀਦਵਾਰਾਂ ਦਾ ਨਾਲੋਂ ਨਾਲ ਹੀ ਐਲਾਨ ਕੀਤਾ ਗਿਆ। ਕੋਈ ਇਹ ਨਹੀਂ ਕੋਈ ਅਲੋਕਾਰ ਗੱਲ ਹੋਈ, ਕਿਉਂਕਿ ਪਾਰਟੀ ਪਹਿਲਾਂ ਡਿਸਾਈਡ ਕਰਕੇ ਬੈਠੀ ਸੀਗੀ, ਇਸ ਕਰਕੇ। ਆਪਾਂ ਮੌਜੂਦਾ ਸਮੇਂ ਤੇ ਆਵਾਂਗੇ, ਪਰ ਤੁਸੀਂ ਪੂਰਾ 84 ਤੋਂ ਲੈ ਕੇ ਹੁਣ ਤੱਕ ਦਾ ਸੀਨ ਸਾਨੂੰ ਦਿਖਾਤਾ। ਇੱਕੋ ਸਵਾਲ ਦੇ ਵਿੱਚ ਤੁਸੀਂ ਇੱਕੋ ਜਵਾਬ ਦੇ ਵਿੱਚ ਤੁਸੀਂ ਮੇਰਾ ਜਿਹੜੇ ਮੈਂ ਸਾਰੇ ਸਵਾਲ ਪੁੱਛਣੇ ਸੀ ਤਕਰੀਬਨ ਉਹਨਾਂ ਦਾ ਤੁਸੀਂ ਜਵਾਬ ਦੇਤਾ ਹੈ। ਪਰ ਮੈਂ ਬਚਪਨ ਵੱਲ ਫੇਰ ਜਾਂਦਾ ਜੀ, ਕਿਉਂਕਿ ਆਪਾਂ ਨਿੱਜੀ ਜ਼ਿੰਦਗੀ ਦੇ ਬਾਰੇ ਗੱਲ ਕਰ ਲਈਏ ਪਹਿਲਾਂ, ਕਿ ਬਚਪਨ ਦੇ ਵਿੱਚ ਕੋਈ ਅਜਿਹੀ ਘਟਨਾ ਹੋਈ ਹੋਵੇ ਜੋ ਤੁਹਾਨੂੰ ਲੱਗਿਆ ਹੋਵੇ ਕਿ ਹਾਂਜੀ ਮੇਰਾ ਪੋਲੀਟਿਕਸ ਦੇ ਵਿੱਚ ਰੁਝਾਨ ਹੈ, ਜਾਂ ਫਿਰ ਤੁਹਾਡੇ ਪਰਿਵਾਰ ਨੂੰ ਲੱਗਿਆ ਹੋਵੇ ਕੋਈ ਅਜਿਹੀ ਘਟਨਾ? ਨਹੀਂ, ਬਿਲਕੁਲ ਨਹੀਂ। ਸਕੂਲ ਦੇ ਸਮੇਂ ਕੋਈ? ਮੈਂ ਸਕੂਲ ਤੋਂ ਲੈ ਕੇ ਕਾਲਜ ਤੱਕ ਜਿਹੜੀ ਸਰਗਰਮ ਸਿਆਸਤ ਸੀ, ਇੱਕ ਤਰ੍ਹਾਂ ਦਾ ਕਹਿ ਦਈਏ ਕਿ ਬੰਦੇ ਨੂੰ ਹੁੰਦਾ ਨਾ ਯਾਰ ਇਹ ਮਤਲਬ ਵੀ ਲਾਇਕ ਨਹੀਂ ਸੀ ਕਰਦਾ ਮੈਂ ਜੀ, ਮਤਲਬ ਜਿਹਨੂੰ ਕਹਿ ਦਈਏ ਕਿ ਜੇ ਨਫ਼ਰਤ ਨਹੀਂ ਕਹਿ ਸਕਦੇ, ਨਫ਼ਰਤ ਤਾਂ ਨਹੀਂ ਕਹਿ ਸਕਦੇ, ਪਰ ਮਤਲਬ ਇਸ ਪਾਸੇ ਧਿਆਨ ਹੀ ਹੈ ਨਹੀਂ ਸੀ। ਧਿਆਨ ਦਾ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਅਸੀਂ ਤਿਹਾੜ ਜੇਲ੍ਹ 'ਚ ਬੰਦ ਸੀਗੇ, ਤੇ ਕਤਲ ਦਾ ਕੇਸ ਸੀਗਾ, ਉਸ ਤੋਂ ਇਲਾਵਾ ਹੋਰ ਵੀ ਕੇਸ ਸੀਗੇ। ਤੇ 1999 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ ਨੇ, ਬਾਬਾ ਜੋਗਿੰਦਰ ਸਿੰਘ ਜੀ ਬਾਹਰ ਸੀਗੇ, ਔਰ ਸਰਦਾਰ ਸਿਮਰਨਜੀਤ ਸਿੰਘ ਮਾਨ
ਉਸ ਸਮੇਂ ਜੇਲ੍ਹ ਦੇ ਅੰਦਰ ਸੀਗੇ ਜੀ ਤੇ ਉਮੀਦਵਾਰ ਐਲਾਨੇ ਜਾਣੇ ਸੀਗੇ। ਜੀ ਸਾਨੂੰ ਵੀ ਸੁਣਿਆ ਗਿਆ ਕਿ ਵੀ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਉਮੀਦਵਾਰ ਬਣਾ ਦਿੰਦੇ ਹਾਂ। ਤੇ ਉਨੀ ਦਿਨੀ ਸਰਦਾਰ ਤੇਂਦਰਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਸੀ, ਹੁਣ ਪਟਿਆਲੇ ਰਹਿੰਦੇ ਆ, ਅੱਜ ਕੱਲ੍ਹ ਉਹ ਵੀ ਬੜਾ ਵੈਬ ਚੈਨਲ ਜਿਹਾ ਚਲਾਉਂਦੇ ਪਰ ਗੱਲਾਂ ਪੁੱਠੀਆਂ ਹੀ ਕਰਦੇ ਤੇ ਉਹ ਉਹਨਾਂ ਨੂੰ ਤਾਜ਼ਾ ਫੜਿਆ ਸੀਗਾ ਤੇ ਅਸੀਂ ਫਿਰ ਉਹਨਾਂ ਦੀ ਸਿਫਾਰਿਸ਼ ਕੀਤੀ ਵੀ ਜੇ ਤੁਸੀਂ ਲੜਾਉਣਾ ਚਾਹੁੰਦੇ ਜੇ ਤਾਂ ਸਰਦਾਰ ਤੇਂਦਰਪਾਲ ਸਿੰਘ ਨੂੰ ਲੜਾ ਦਿਓ। ਤੇ ਤੇਂਦਰਪਾਲ ਸਿੰਘ ਹੋਰੀ ਨਹੀਂ ਸੀ ਮੰਨਦੇ, ਇਵੇਂ ਕਹਿ ਦਈਏ। ਉਹ ਇਸ ਕਰਕੇ ਨਹੀਂ ਮੰਨਦੇ ਕਿ ਮੈਂ ਭਲੱਥ ਦਾ ਉੱਥੋਂ ਦਾ ਕਿ ਭੋਪਾਲ ਦਾ ਰਹਿਣ ਵਾਲਾ, ਮੱਧ ਪ੍ਰਦੇਸ਼ ਦਾ, ਮੇਰਾ ਤਾਂ ਪੰਜਾਬ 'ਚ ਹੈ ਹੀ ਕੱਖ ਨਹੀਂ, ਮੈਨੂੰ ਤਾਂ ਜਾਣਦਾ ਹੀ ਕੋਈ ਨਹੀਂ। ਤੇ ਪਰ ਪਾਰਟੀ ਦਾ ਫਿਰ ਉਹਨਾਂ ਹੁਕਮ ਮੰਨ ਕੇ, ਸਾਡੀ ਸਾਰਿਆਂ ਦੀ ਸਲਾਹ ਮੰਨ ਕੇ ਉਹਨਾਂ ਨੇ ਕਾਗਜ਼ ਭਰਤੇ ਤੇਂਦਰਪਾਲ ਸਿੰਘ ਨੂੰ। ਉਦੋਂ ਅਜੇ ਕਿ ਸਾਨੂੰ ਵੀ ਜਿਹੜਾ ਆ ਪ੍ਰਪੋਜ਼ਲ ਜਾਂ ਕਹਿ ਦਈਏ ਕਿ ਸਾਨੂੰ ਵੀ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਮਤਲਬ ਇਲੈਕਸ਼ਨ ਲੜ ਲਓ, ਕਿਉਂਕਿ ਜਿਹੜੇ ਉਸ ਸਮੇਂ ਦਾ ਸ਼੍ਰੋਮਣੀ ਅਕਾਲੀ ਦਲ ਸੀ ਜਾਂ ਜਿਹੜੇ ਉਸ ਸਮੇਂ ਮਜ਼ਬੂਤ ਧਿਰ ਸੀਗੇ, ਉਹਨਾਂ ਦੇ ਜਿਹੜੇ ਨਜ਼ਦੀਕੀ ਕਹਿ ਦਈਏ ਜਾਂ ਜਿਹੜੇ ਮੇਨ ਬੰਦਿਆਂ 'ਚੋਂ ਮੈਂ ਤੇ ਸਰਦਾਰ ਅਮਰਜੀਤ ਸਿੰਘ ਚਾਵਲਾ ਹੀ ਉਸ ਸਮੇਂ ਜੇਲ੍ਹ 'ਚ ਬੰਦ ਸੀ, ਬਾਕੀ ਸਾਰੇ ਲਗਭਗ ਬਾਹਰ ਆ ਚੁੱਕੇ ਸੀਗੇ। ਨਹੀਂ ਸਰ, ਸਿਮਰਜੀਤ ਸਿੰਘ ਮਾਨ ਹੋਰਾਂ ਲੜੀ ਸੀਗੀ, ਉਹ ਕਿਸੇ ਹੋਰ ਜੇਲ੍ਹ ਸੀਗੇ, ਉਹਨਾਂ ਨੂੰ ਤਾਂ ਟਿਕਟ ਕਹਿ ਦਿੱਤੀ ਗਈ ਸੀਗੀ। ਤੇ ਫਿਰ ਸਰਦਾਰ ਤੇਂਦਰਪਾਲ ਸਿੰਘ ਉੱਥੋਂ ਮੈਂਬਰ ਪਾਰਲੀਮੈਂਟ ਬਣਦੇ ਨੇ ਤੇ ਇਸ ਕਰਕੇ ਮੇਰਾ ਤਾਂ ਕੋਈ ਨਹੀਂ ਸੀਗਾ। ਮੈਂ ਤਾਂ ਫਿਰ ਜਦੋਂ ਬਾਹਰ ਆਇਆ ਉਹੀ ਕਿਉਂਕਿ ਸੋਚ ਸੀਗੀ ਤੇ ਪੰਥਕ ਸਭਾ ਦੇ ਵਿੱਚ ਵਿਚਰੇ ਤੇ ਪੰਥਕ ਸਭਾ ਦੇ ਵਿੱਚ ਵਿਚਰਦਿਆਂ ਹੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਾਂਹ ਫੜ ਲਈ, ਮੋਢੇ 'ਤੇ ਹੱਥ ਰੱਖਤਾ, ਗਲਵੱਕੜੀ 'ਚ ਲੈ ਲਿਆ। ਇੱਕ ਅੱਗਾ ਤੁਹਾਡੇ ਵਰਗੇ ਸੋਚ ਦੇ ਜਾਂ ਤੁਹਾਡੇ ਵਰਗੇ ਜਜ਼ਬੇ ਵਾਲਿਆਂ ਦੀ ਅਕਾਲੀ ਦਲ ਨੂੰ ਲੋੜ ਪਤਾ ਨਹੀਂ ਕਿ ਸਾਡੇ ਵਰਗੇ ਤੇ ਕਈ ਹੋਰ ਵੀ ਹੋਣਗੇ। ਇਹ ਕਿਸਮਤ ਦਾ ਚੱਕਰੀ ਹੁੰਦਾ, ਕਦੀ ਇਸ ਪਾਸੇ ਜਾਣ ਦਾ ਕੋਈ ਇਰਾਦਾ ਹੀ ਨਹੀਂ ਸੀਗਾ। ਤੇ ਉਹ ਬਜ਼ੁਰਗਾਂ ਨੇ, ਸਤਿਕਾਰਯੋਗ ਬਜ਼ੁਰਗਾਂ ਨੇ, ਇੱਕ ਜਿਵੇਂ ਬਾਪ ਆਪਣੇ ਬੱਚੇ ਨੂੰ ਬਾਂਹ ਫੜ ਕੇ ਕਹਿੰਦਾ ਕਿ ਪੁੱਤਰਾ ਇਹਨੂੰ ਚੱਲ, ਇਸ ਤਰ੍ਹਾਂ ਉਹਨਾਂ ਨੇ ਮੈਨੂੰ ਤੋਰਿਆ। ਮੇਰਾ ਤਾਂ ਨਾ ਕੋਈ ਰਾਜਨੀਤਿਕ ਪਿਛੋਕੜ, ਨਾ ਕੋਈ ਗੱਲਬਾਤ, ਆਮ ਕਰਕੇ ਇਹੀ ਗੱਲ ਚੱਲਦੀ ਹੈ ਜੀ ਅਕਾਲੀ ਦਲ 'ਚ ਤੇ ਵੱਡਿਆਂ ਪਰਿਵਾਰਾਂ ਦੀ ਸੁਣੀ ਜਾਂਦੀ ਹੈ। ਜੇ ਮੇਰੇ ਪਰਿਵਾਰ ਬਾਰੇ ਜਾਣੋ, ਇੱਕ ਸਧਾਰਨ ਪਰਿਵਾਰ, ਆਪ ਦੀ ਕਿਰਤ ਕਰਨ ਵਾਲਾ। ਫਿਰ ਤੁਸੀਂ ਜ਼ਰੂਰ ਇਹ ਦੱਸੋ ਜੀ, ਮੈਂ ਇੱਥੇ 2 ਮਿੰਟ ਤੁਸੀਂ ਇਹ ਦੱਸ ਸਕਦੇ ਹੋ ਕਿ ਪਰਿਵਾਰ ਦਾ ਕੀ ਕਾਰੋਬਾਰ ਸੀ, ਕੀ ਕੰਮ ਕਰਦੇ ਸੀ, ਕਿੱਦਾਂ ਦਾ ਬਚਪਨ ਸੀ ਤੁਹਾਡਾ? ਇਹ ਦੇਖੋ, ਮੇਰਾ ਬਚਪਨ ਤੇ ਜਿਸ ਤਰ੍ਹਾਂ ਉਸ ਸਮੇਂ ਦੇ ਹਾਲਾਤ ਹੁੰਦੇ ਸੀਗੇ ਕਿ ਸਾਡੀ ਕੋਈ ਖੇਤੀਬਾੜੀ ਸੀ, ਕੋਈ ਕਦੀ ਉਹ ਬਾਹਲੀ ਵੱਡੀ ਸਰਦਾਰਾਂ ਵਾਲੀ ਨਹੀਂ। ਹਾਂਜੀ, ਜਿਵੇਂ ਛੋਟੇ ਕਿਸਾਨ ਹੁੰਦੇ ਨੇ ਉਹਨਾਂ ਵਰਗੀ ਜ਼ਿੰਮੇਵਾਰੀ ਸੀਗੀ। ਦੂਸਰਾ ਇਹ ਸੀਗਾ ਕਿ ਜਿਸ ਤਰ੍ਹਾਂ ਉਸ ਸਮੇਂ ਦੇ ਬੱਚੇ ਸਕੂਲ ਵੀ ਪੜ੍ਹਨ ਜਾਂਦੇ ਸੀ ਤੇ ਚਲੋ ਮੈਨੂੰ ਬਾਕੀ ਨਹੀਂ ਸੀ ਜ਼ਿਆਦਾ ਘਰ ਦਾ ਕੰਮ ਕਿਹਾ ਜਾਂਦਾ, ਪਰ ਡੰਗਰ ਚਾਰਨ ਤੇ ਮੇਰੀ ਵੀ ਡਿਊਟੀ ਲੱਗ ਜਾਂਦੀ ਸੀ। ਜਦ ਡੰਗਰਾਂ ਨੂੰ ਨਵਾ ਲਿਆਓ, ਡੰਗਰਾਂ ਨੂੰ ਥੋੜ੍ਹਾ ਬਹੁਤਾ ਚਾਰ ਲਿਆਓ, ਉਦੋਂ ਲੋਕੀ ਡੰਗਰ ਚਾਰਦੇ ਹੁੰਦੇ ਸੀਗੇ। ਹਾਂਜੀ, ਖੁੱਲ੍ਹੇ ਸੂਆਂ 'ਤੇ ਲੈ ਜਾਣੇ ਜਾਂ ਖੁੱਲ੍ਹੀਆਂ ਜ਼ਮੀਨਾਂ 'ਚ ਲੈ ਜਾਣੇ, ਉੱਥੇ ਜਾ ਕੇ ਡੰਗਰ ਜਿਹੜੇ ਆ ਉਹ ਚਾਰਦੇ ਹੁੰਦੇ ਸੀ ਬੱਚੇ। ਅਤੇ ਮੈਂ ਵੀ ਉਹ ਕੁਛ ਹੀ ਕਰਦਾ ਰਿਹਾ। ਆਮ ਜਾ ਕੇ ਤਪੜਾਂ ਵਾਲੇ ਸਕੂਲ ਜਾਂ ਕਹਿ ਦਈਏ ਕਿ ਕਈ ਵਾਰ ਪੁੰਜੇ ਵੀ ਬਹਿਣਾ। ਹਾਂਜੀ, ਆਪਦੀ ਬੋਰੀ ਲੈ ਕੇ ਜਾਣੀ, ਬੋਰੀ ਵਾਲਾ ਜਿਹੜਾ ਹੁੰਦਾ ਸੀਗਾ ਬਸਤਾ, ਉਹੀ ਗਲ 'ਚ ਹੁੰਦਾ ਸੀਗਾ। ਹਾਂਜੀ, ਆਮ ਸਧਾਰਨ ਜਿਸ ਤਰ੍ਹਾਂ ਹੁੰਦਾ ਸੀ ਬੱਚੇ, ਇਸ ਤਰ੍ਹਾਂ ਹੀ ਫਿਰ ਕਾਲਜ ਆ ਗਏ। ਚਲੋ ਕਾਲਜ ਦੀ ਲਾਈਫ ਥੋੜ੍ਹੀ ਜਿਹੀ ਹੋਰ ਤਰ੍ਹਾਂ ਦੀ ਹੁੰਦੀ ਹੈ ਅਤੇ ਕਾਲਜ ਦੇ ਵਿੱਚ ਆਣ ਕੇ ਫਿਰ ਨਾਲ ਹੀ ਸਿੱਖ ਫੈਡਰੇਸ਼ਨ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਨੂੰ ਔਰਗੇਨਾਈਜ਼ ਕੀਤਾ, ਕਿਉਂਕਿ ਉਸ ਸਮੇਂ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਕਮਿਊਨਿਸਟ ਵਿਚਾਰਧਾਰਾ ਸੀਗੀ ਉਹ ਬਹੁਤ ਭਾਰੂ ਸੀਗੀ। ਖਾਸ ਕਰਕੇ PSU ਜਿਹੜੀ ਪੰਜਾਬ ਸਟੂਡੈਂਟਸ ਯੂਨੀਅਨ ਸੀਗੀ, ਇਹ SFI ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਅਤੇ AISF ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਇਹ 3 ਜਥੇਬੰਦੀਆਂ ਜਿਹੜੀਆਂ ਸੀਗੀਆਂ ਇਹ ਬਹੁਤ ਮਜ਼ਬੂਤ ਸੀ। ਅਤੇ ਆ ਜਿਹੜੇ ਹੁਣ ਮਾਲਵਿੰਦਰ ਮਾਲੀ ਹੋਰੀਆਂ, ਇਹਨਾਂ ਦੇ ਨਾਲ ਵੀ ਸਾਡਾ ਯੁੱਧ ਚੱਲਦਾ ਰਿਹਾ। ਇਹ ਉਦੋਂ ਕਾਮਰੇਡ ਵਿਚਾਰਧਾਰਾ ਦੇ ਸੀਗੇ। ਇੱਕ ਜਿਹੜਾ ਅੱਜ ਕੱਲ੍ਹ ਇਤਿਹਾਸਕਾਰ ਬਣਿਆ, ਕੀ ਨਾ ਉਹਦਾ, ਅਜਮੇਰ ਸਿੰਘ, ਹਾਂਜੀ, ਇਹ ਵੀ ਕਮਿਊਨਿਸਟਾਂ ਦਾ ਉਦੋਂ ਵੱਡਾ ਬਣਿਆ ਸੀਗਾ। ਹਾਂਜੀ, ਅਤੇ ਸਾਡਾ ਇਹਨਾਂ ਨਾਲ ਖੰਡਾ ਪੂਰਾ ਖੜਕਦਾ ਰਿਹਾ। ਅਤੇ ਫਿਰ ਇਹ ਨਹੀਂ ਗਾ ਕਿ ਕੋਈ ਇਹਨਾਂ ਨੂੰ ਮਤਲਬ ਪਿਆਰ ਦੇ ਨਾਲ ਕਾਲਜਾਂ 'ਚੋਂ ਕੱਢਿਆ, ਫਿਰ ਛਿੱਤਰੂ ਫੇਰਿਆ। ਹਾਂ, ਕੋਈ ਅਜਿਹੀ ਘਟਨਾ ਹੋਈ ਹੋਵੇ ਜੀ, ਨਾਲ ਇਹ ਵੀ ਕਿੰਨਾਂ ਦੇ ਨਾਲ ਹੋਈ? ਨਹੀਂ, ਕਾਮਰੇਡਾਂ ਦੇ ਨਾਲ। ਕਾਮਰੇਡ ਨੂੰ ਕਹਿੰਦਾ ਬੰਦੇ ਦੇ ਪੁੱਤ ਬਣ ਕੇ ਪੰਜਾਬ ਦੀ ਧਰਤੀ 'ਤੇ ਤੁਹਾਨੂੰ ਹੁਣ ਨਹੀਂ ਚੱਲਣ ਦੇਣਾ। ਜੇ ਤਾਂ ਬੰਦੇ ਦੇ ਪੁੱਤ ਬਣ ਕੇ ਹੁੰਦੇ ਜੇ ਤਦ ਠੀਕ ਹੈ, ਇਹ ਤਾਂ ਫਿਰ ਛਿੱਤਰ ਫੇਰਾਂਗੇ।
ਇਹਦੇ ਪਿੱਛੇ ਇੰਨੀ ਜਿਹੜੀ ਤਕਰਾਰ ਬਣਿਆ ਤੁਹਾਡਾ, ਹੈ ਨਾ, ਇੰਨੀ ਲੜਾਈ ਬਣੀ, ਕੋਈ ਸਿਧਾਂਤਕ ਕੀ ਤੁਹਾਡਾ ਵਖਰੇਵਾਂ ਕੀ ਸੀ? ਨਹੀਂ, ਸਿਧਾਂਤਕ ਤੁਸੀਂ ਦੇਖੋ ਨਾ, ਕਮਿਊਨਿਸਟ ਵਿਚਾਰਧਾਰਾ, ਕਾਮਰੇਡ ਵਿਚਾਰਧਾਰਾ ਪੰਜਾਬ ਦੀ ਧਰਤੀ 'ਤੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਤੁਸੀਂ ਲਾਲ ਝੰਡੇ ਚੁੱਕ ਕੇ ਚੀਨ ਦੀ ਤੇ ਰਸ਼ੀਆ ਦੀ ਗੱਲ ਕਰੀ ਜਾਓ। ਤੇ ਜਿੱਥੇ ਸਿੱਖੀ ਦੀ ਗੱਲ ਹੋਣੀ ਚਾਹੀਦੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਹੋਣੀ ਚਾਹੀਦੀ ਹੈ, ਜਿੱਥੇ ਗੁਰੂ ਨਾਨਕ ਦੀ ਗੱਲ ਹੋਣੀ ਚਾਹੀਦੀ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੋਣੀ ਚਾਹੀਦੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਣੀ ਚਾਹੀਦੀ ਹੈ, ਕਰਦੇ ਆ ਜੀ। ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਉਹ ਵੀ ਕਰਦੇ ਆ ਜੀ। ਉਹ ਤਾਂ ਹੁਣ ਲੱਗੇ ਆ, ਉਹ ਤਾਂ ਹੁਣ ਲੱਗੇ ਗੱਲ ਕਰਨ। ਪਹਿਲੋਂ ਕਿੱਥੇ ਕਰਦੇ ਸੀਗੇ? ਪਹਿਲੋਂ ਤੇ ਉਹ ਦਰਬਾਰ ਸਾਹਿਬ ਦੇ ਸਰੋਵਰਾਂ ਨੂੰ ਕਹਿੰਦੇ ਸੀ ਐਵੇਂ ਜੀ 'ਚ ਝੋਨਾ ਲਾਉਣਾ ਚਾਹੀਦਾ, ਇਹ ਤਾਂ ਕਾਮਰੇਡ ਆਮ ਕਹਿੰਦੇ ਹੁੰਦੇ ਸੀਗੇ। ਇਸ ਕਰਕੇ ਜਿਹੜੀਆਂ ਗੱਲਾਂ ਨੇ ਬੜੇ ਵਿਚਾਰਧਾਰਕ ਵਖਰੇਵੇਂ ਸੀਗੇ ਤਦ ਹੀ ਹੈ। ਨਹੀਂ ਤਾਂ ਹੁਣ ਇਹ ਕਾਮਰੇਡ ਹਟੇ ਨੇ, ਹੁਣ ਥੋੜ੍ਹੀ ਜਿਹੀ ਭਾਸ਼ਾ ਇਹਨਾਂ ਦੀ ਸੁਧਰੀ ਹੈ, ਜੋ ਕੁਛ ਇਹ ਬੋਲਦੇ ਰਹੇ ਆ, ਲਿਖਦੇ ਰਹੇ ਆ, ਪ੍ਰਚਾਰ ਕਰਦੇ ਰਹੇ ਆ, ਉਹ ਬਰਦਾਸ਼ਤ ਤੋਂ ਬਾਹਰ ਸੀਗਾ। ਇਸ ਕਰਕੇ ਜਿਹੜਾ ਆ ਇਹ ਕੱਢਿਆ ਕਈ ਐਵੇਂ ਕਹੀਏ, ਜੇ ਫੈਡਰੇਸ਼ਨ ਉਦੋਂ ਮਜ਼ਬੂਤ ਕੀਤਾ ਆ, ਜਿਹੜੀ ਪੰਜਾਬ ਦੇ ਹਿੱਤਾਂ ਲਈ ਲੜਦੀ ਸੀਗੀ, ਪੰਜਾਬ ਦੇ ਹੱਕਾਂ ਲਈ ਲੜਦੀ ਸੀ, ਕੌਮ ਦੇ ਹੱਕਾਂ ਲਈ ਲੜਦੀ ਸੀਗੀ, ਤੇ ਫਿਰ ਇਹੋ ਜਿਹਾ ਨਾਲ ਲੜਨਾ ਪੈਣਾ ਸੀਗਾ। ਕਿਉਂਕਿ ਯੂਥ ਦੇ ਵਿੱਚ ਇਹ ਆਪਦਾ ਹੀ ਝੰਡਾ ਚੁੱਕੀ ਫਿਰਦੇ ਸੀ, ਫਿਰ ਕਾਲਜਾਂ ਚੋਂ ਕੱਢੇ, ਫਿਰ ਫੈਡਰੇਸ਼ਨ ਨੂੰ ਬੁਲੰਦ ਕੀਤਾ। ਸਮੇਂ ਦੇ ਹਿਸਾਬ ਨਾਲ ਬੜਾ ਕੁਝ ਤੁਸੀਂ ਬਦਲਦਾ ਦੇਖਿਆ, ਬਹੁਤ ਤੁਸੀਂ ਚੋਣਾਂ ਲੜੀਆਂ ਵੀ, ਸਿਆਸਤ ਵੀ ਬਦਲਦੀ ਦੇਖੀ ਹੈ। ਮੌਜੂਦਾ ਸਮੇਂ ਦੇ ਜਿਹੜੀ ਸਿਆਸਤ ਹੋ ਰਹੀ ਹੈ ਪਹਿਲਾਂ ਨਾਲੋਂ ਕਿੰਨਾ ਕੁ ਵਖਰੇਵਾਂ ਹੈ? ਦੇਖੋ, ਜਿਸ ਤੱਕ ਮੈਂ ਦੇਖਿਆ ਹੈ ਕਿ 2007 ਤੱਕ ਕਹਿ ਲਈਏ ਤੇ ਕੋਈ ਬਾਹਲਾ ਇਹੋ ਜਿਹਾ ਨਹੀਂ ਸੀ ਹੁੰਦਾ ਭਈ ਲੋਕੀ ਜਿਹੜੇ ਐਮਐਲਏ ਬਣ ਜਾਂਦੇ ਸੀਗੇ ਉਹ ਕਿਹਨੂੰ ਮਿਲੇ ਨਹੀਂ ਮਿਲੇ, ਕਿਹਦਾ ਕੰਮ ਕੀਤਾ ਨਹੀਂ ਕੀਤਾ, ਡਿਵੈਲਪਮੈਂਟ ਕੀਤੀ ਹੈ ਨਹੀਂ ਕੀਤੀ, ਤੇ 5 ਸਾਲ ਆਉਣਾ, ਜੇ ਵੋਟਾਂ ਪੈ ਗਈਆਂ ਜਿੱਤ ਗਏ ਤੇ ਫਿਰ ਚਲੇ ਜਾਣਾ, ਤੇ ਨਹੀਂ ਤੇ ਦੂਸਰੇ ਨੇ ਜਿੱਤ ਜਾਣਾ। ਹਾਂਜੀ, ਇਸ ਤਰ੍ਹਾਂ ਚੱਲਦਾ ਰਿਹਾ ਸੀ। ਪਰ 2007 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ, ਉਸ ਤੋਂ ਬਾਅਦ ਜਿਹੜਾ ਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਕੀਤੀ ਕਿ ਇਕੱਲੀ ਰਾਜਨੀਤੀ ਨਹੀਂ, ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਹ ਵੀ ਪੂਰੇ ਕਰਨੇ। ਚਾਹੇ ਆਟਾ ਦਾਲ ਸਕੀਮ ਦੀ ਗੱਲ ਕਰ ਲਈਏ, ਚਾਹੇ ਪਾਵਰ ਸਰਪਲਸ ਦੀ ਗੱਲ ਕਰ ਲਈਏ, ਚਾਹੇ ਪਿੰਡਾਂ ਦੇ ਵਿਕਾਸ ਦੀ ਗੱਲ ਕਰ ਲਈਏ, ਸ਼ਹਿਰਾਂ ਦੇ ਵਿਕਾਸ ਦੀ ਗੱਲ ਕਰ ਲਈਏ, ਚਾਹੇ 4 ਲੇਨ 6 ਲੇਨ ਮਾਰਗਾਂ ਦੀ ਗੱਲ ਕਰ ਲਈਏ, ਚਾਹੇ ਏਅਰ ਕਨੈਕਟੀਵਿਟੀ ਦੀ ਗੱਲ ਕਰ ਲਈਏ, ਚਾਹੇ ਬਿਜਲੀ ਦਾ ਜਿਹੜੇ ਟਰਾਂਸਮਿਸ਼ਨ ਸਿਸਟਮ ਹੈ ਉਹਦੀ ਗੱਲ ਕਰ ਲਈਏ, ਤੇ ਖੇਤਾਂ ਦੇ ਰਾਹ ਪੱਕੇ ਕਰਨ ਦੀ ਗੱਲ ਕਰ ਲਈਏ। ਕਦੇ ਸੋਚ ਨਹੀਂ ਸਕਦੇ ਹੁੰਦਾ, ਕਹਿੰਦੇ ਹੁੰਦੇ ਸੀ ਲਾਲ ਲਕੀਰ ਤੋਂ ਬਾਹਰ ਇੱਟ ਨਹੀਂ ਲੱਗ ਸਕਦੀ, ਪੰਚਾਇਤ ਲਾ ਨਹੀਂ ਸਕਦੀ। ਉਹ ਲਾਲ ਲਕੀਰਾਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਤੋੜੀਆਂ। ਔਰ ਜਿਹੜੇ ਖੇਤਾਂ 'ਚ ਲੋਕ ਰਹਿੰਦੇ ਸੀ ਉਹਨਾਂ ਨੂੰ ਬਿਜਲੀ ਨਹੀਂ ਸੀ ਮਿਲਦੀ, ਉਹਨਾਂ ਨੂੰ ਉਹੀ ਟਿਊਬਵੈੱਲ ਵਾਲੀ ਆਉਂਦੀ ਹੁੰਦੀ ਸੀਗੀ, ਜੇ ਦਿਨੇ ਆ ਗਈ ਰਾਤ ਨਹੀਂ ਆਉਣੀ, ਜੇ ਰਾਤ ਆ ਗਈ ਦਿਨੇ ਨਹੀਂ ਆਉਣੀ, ਤੇ ਉਹ ਵੀ ਝੋਨੇ ਦੇ ਸੀਜ਼ਨ 'ਚ ਜਿਹੜੀ 6-7 ਘੰਟੇ ਮਿਲਦੀ ਹੁੰਦੀ ਸੀਗੀ, ਤੇ ਉਹ ਤੇ ਬਾਕੀ ਜਿਹੜਾ ਪੀਰੀਅਡ ਹੁੰਦਾ ਸੀਗਾ, ਸਮਾਂ ਹੁੰਦਾ ਸੀ, ਉਹਦੇ ਦਰਮਿਆਨ ਘੰਟਾ ਕੁ ਆਉਂਦੀ ਹੁੰਦੀ ਸੀਗੀ। ਹੁਣ 24 ਘੰਟੇ ਬੱਤੀ ਜਿਹੜੇ ਇਹ ਜਿਹੜਾ ਇੱਕ ਬਣਾਤਾ, ਭਾਵੇਂ ਲੋਕੀ ਜਿਹੜੇ ਵਿਰੋਧ ਕਰਨ ਵਾਲੇ ਕਰੀ ਜਾਣ, ਜੋ ਉਹ ਤਾਂ ਬੜਾ ਕੁਛ ਕਹਿੰਦੇ ਆ, ਉਹ ਛੱਡ ਦਿਓ। ਉਹਦੇ ਵਿੱਚੋਂ ਇਹ ਵੀ ਹੈ ਕਿ ਹੁਣ ਤੱਕ ਰੁਜ਼ਗਾਰ ਵੱਲੀ ਨਹੀਂ ਅਕਾਲੀ ਦਲ ਝਾਕਿਆ ਜੀ। ਬੇਰੁਜ਼ਗਾਰੀ ਬਹੁਤ ਜ਼ਿਆਦਾ ਸੀਗੀ। ਵੈਸੇ ਕਾਂਗਰਸ ਨੇ ਵੀ ਬਹੁਤਾ ਕੁਝ ਦਿੱਤਾ ਨਹੀਂ ਹੈ, ਪਰ ਆਪਾਂ ਜੇਕਰ ਅਕਾਲੀ ਦਲ ਦੀ ਗੱਲ ਕਰੀਏ, ਕਿਉਂਕਿ ਅਕਾਲੀ ਦਲ ਵੀ ਮੁੱਦਿਆਂ ਦੀ ਰਾਜਨੀਤੀ ਕਰਦਾ ਹੈ, ਤਾਂ ਇੱਕ ਤਾਂ ਰੁਜ਼ਗਾਰ ਦਾ ਵੱਡਾ ਮਸਲਾ ਸੀ, ਕਰਜ਼ੇ ਦਾ ਵੱਡਾ ਮਸਲਾ ਸੀ 2017 ਦੀਆਂ ਚੋਣਾਂ ਦੇ ਵੇਲੇ, ਤਾਂ ਉਦੋਂ ਖੁਦਕੁਸ਼ੀਆਂ ਦਾ ਬਹੁਤ ਵੱਡਾ ਮਸਲਾ ਸੀ। ਤਾਂ ਫਿਰ ਖੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਕਿਉਂ ਹੋਣਾ ਪਿਆ ਜੀ ਕਿਸਾਨ? ਮੈਂ ਇੱਕ ਬੇਨਤੀ ਕਰਾਂ ਜੀ, ਦੇਖੋ ਪਹਿਲਾ ਸਵਾਲ ਤੋਂ ਕੀ ਕੀਤਾ ਸੀਗਾ? ਹਾਂ, ਮੈਂ ਕਹਿੰਦਾ ਸੀ ਕਿ ਕਿਸਾਨੀ ਦਾ ਮਸਲਾ ਸੀਗਾ ਜਿਹੜਾ ਖੁਦਕੁਸ਼ੀਆਂ ਦਾ ਮਸਲਾ। ਨਹੀਂ, ਇਹ ਤਾਂ ਤੁਹਾਡਾ ਬਾਅਦ 'ਚ ਹੋ ਗਿਆ ਨਾ। ਪਹਿਲਾ ਸਵਾਲ ਸੀ ਤੁਹਾਡਾ ਜਿਹੜਾ ਖੁਦਕੁਸ਼ੀਆਂ ਦਾ ਸੀਗਾ, ਰੁਜ਼ਗਾਰ ਦਾ ਸੀ। ਰੁਜ਼ਗਾਰ ਦਾ ਸੀ। ਪੰਜਾਬ 'ਚ ਕਰੀਬ 4.5 ਲੱਖ ਨੌਕਰੀ ਹੈ ਸਰਕਾਰੀ, 4.5 ਲੱਖ, ਇਸ ਤੋਂ ਵੱਧ ਹੈ ਨਹੀਂ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਨਾ ਵੀ ਮੈਂ ਹਰੇਕ ਘਰ 'ਚ ਸਰਕਾਰੀ ਨੌਕਰੀ ਦਿਉਂ, ਤੇ ਲੋਕਾਂ ਨੇ ਭੁਲੇਖਾ ਵੀ ਖਾਧਾ ਸੀ ਤੇ ਫਾਰਮ ਵੀ ਭਰੇ ਸੀ। ਅਸੀਂ ਉਸ ਸਮੇਂ ਵੀ ਲੋਕਾਂ ਨੂੰ ਕਹਿੰਦੇ ਸੀਗੇ ਇਹ ਧੋਖਾ ਜੀ। ਹੁਣ 4.5 ਲੱਖ ਨੌਕਰੀ ਹੈ ਤੇ 2.5 ਲੱਖ ਨੌਕਰੀ, 2.5 ਲੱਖ ਆਪਦੇ ਪੀਰੀਅਡ ਦੇ ਦੌਰਾਨ ਪੰਜਾਬ ਦੇ ਲੋਕਾਂ ਨੂੰ, ਚਾਹੇ ਐਜੂਕੇਸ਼ਨ ਹੈ, ਚਾਹੇ ਪੁਲਿਸ ਡਿਪਾਰਟਮੈਂਟ ਹੈ, ਚਾਹੇ ਵੱਖ-ਵੱਖ ਹੋਰ ਡਿਪਾਰਟਮੈਂਟ ਹੈ, ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਕੀਤੀ। 2.5 ਲੱਖ, 4.5 ਲੱਖ ਟੋਟਲ ਹੈ, ਤੇ ਤੁਸੀਂ ਕਹਿੰਦੇ ਰੁਜ਼ਗਾਰ ਨਹੀਂ ਦਿੰਦੇ। ਹੁਣ ਗੱਲ ਜਿਹੜੀ ਰਹਿ ਗਈ, ਅੱਜ ਕੱਲ੍ਹ ਪਤਾ ਕੀ ਆਪਣੇ ਕੀ ਹੋ ਗਿਆ, ਆਪਣੇ ਹਰ ਕੋਈ ਚਾਹੁੰਦਾ ਸਰਕਾਰੀ ਨੌਕਰੀ। ਹੁਣ ਸਰਕਾਰੀ ਨੌਕਰੀ ਤਾਂ 4.5 ਲੱਖ ਹੈ।
ਹੁਣ ਸਾਰੇ ਤਾਂ ਲੱਗ ਨਹੀਂ ਸਕਦੇ, ਉਹ ਤਾਂ 4.5 ਲੱਖ ਹੀ ਲੱਗਣਗੇ ਜਾਂ ਵੱਖਰੀਆਂ ਕੀਤੀਆਂ ਜਾਣ। ਹੁਣ ਤਾਂ ਇੱਥੋਂ ਤੱਕ ਵੀ ਆ ਗਿਆ ਕਿ ਇਸ ਸਰਕਾਰ ਨੇ ਨੌਕਰੀਆਂ ਦੇਣ ਦੀ ਥਾਂ 'ਤੇ ਜਿਹੜੇ ਡਿਪਾਰਟਮੈਂਟਾਂ 'ਚ ਖਾਲੀ ਸੀਗੀਆਂ ਉਹ ਪੰਜਾਬ ਕੈਬਨਿਟ 'ਚ ਪਾਸ ਕਰਕੇ ਉਹ ਜਿਹੜੀਆਂ ਵੇਕੈਂਟ ਪੋਸਟਾਂ ਸੀ, ਖਾਲੀ ਪੋਸਟਾਂ ਸੀ, ਉਹ ਰੱਦ ਹੀ ਕਰਦੀਆਂ, ਖਤਮ ਹੀ ਕਰਦੀਆਂ, ਇੱਥੋਂ ਤੱਕ ਵੀ ਕੀਤਾ। ਤੇ ਇਸ ਕਰਕੇ ਜਿਹੜਾ ਆ, ਜੇ ਆਪਾਂ ਕਹੀਏ ਅਕਾਲੀ ਸਰਕਾਰ ਨੇ ਰੁਜ਼ਗਾਰ ਨਹੀਂ ਦਿੱਤਾ, ਜਿੰਨਾ ਰੁਜ਼ਗਾਰ ਦਿੱਤਾ, ਜਿੰਨੀ ਨੌਕਰੀ ਦਿੱਤੀ, ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ। ਤੇ ਇਹ ਬਾਕੀ ਜਿਹੜਾ ਦੇਖੋ ਕਿਸਾਨੀ ਦੀ ਗੱਲ ਕਰ ਲਈਏ, ਹੁਣ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਹਿੰਦੁਸਤਾਨ ਬੜਾ ਵੱਡਾ ਹੈ, ਬਹੁਤ ਵੱਡਾ ਹੈ, ਤੇ ਜੇ MSP ਮਿਲਦੀ ਹੈ ਇਹ ਤਾਂ ਪੰਜਾਬ 'ਚ ਤੇ ਹਰਿਆਣੇ 'ਚ ਕਿਉਂ ਮਿਲਦੀ ਹੈ? ਇਹ ਕਿਉਂ ਮਿਲਦੀ ਹੈ? ਕਿਉਂਕਿ ਇਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਸੀਗੀ, ਉਦੋਂ ਪੰਜਾਬ ਸਾਂਝਾ ਸੀਗਾ, ਤੇ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਸੀਗੀ ਕਿ ਦੇਸ਼ ਦੇ ਅਨਾਜ ਭੰਡਾਰ ਜੇ ਪੰਜਾਬ ਭਰ ਰਿਹਾ, ਜੇ ਦੇਸ਼ ਦੇ ਭੁੱਖੇ ਨੰਗੇ ਲੋਕਾਂ ਦੇ ਢਿੱਡ ਭਰ ਰਿਹਾ, ਮਿਹਨਤ ਕਰ ਰਿਹਾ, ਤੇ ਇਹਨਾਂ ਦੀ ਖਰੀਦ ਹੋਣੀ ਚਾਹੀਦੀ ਹੈ, ਤੇ ਇਹਨਾਂ ਨੂੰ MSP ਮਿਲਣੀ ਚਾਹੀਦੀ ਹੈ। ਉਹ MSP ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕਰਾਈ। ਹੁਣ ਜਿਸ ਗੱਲ ਨੂੰ ਲੈ ਕੇ ਕਿਸਾਨੀ ਵੱਲੋਂ ਖਦਸ਼ਾ ਪ੍ਰਗਟਾਇਆ ਜਾਂਦਾ ਹੈ, ਜਿਹੜਾ ਮੋਰਚਾ ਚੱਲ ਰਿਹਾ, ਬਿਲਕੁਲ ਆਪਾਂ ਇਸ ਤੇ ਨਹੀਂ, ਮੈਂ ਥੋੜ੍ਹਾ ਜਿਹੀ ਗੱਲ ਕਰਨੀ ਚਾਹੁੰਦਾ, ਇਹ ਇਸੇ ਨਾਲ ਸੰਬੰਧਿਤ ਹੈ। ਉਹ ਕੀ ਪ੍ਰਗਟਾਇਆ ਜਾਂਦਾ, ਜਿੱਥੇ ਹੋਰ ਖਦਸ਼ੇ ਖਤਰੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਕਿ ਜੇ ਪ੍ਰਾਈਵੇਟ ਮੰਡੀਆਂ ਆ ਗਈਆਂ ਤੇ ਸਾਡਾ ਮੰਡੀ ਸਿਸਟਮ ਖਤਮ ਹੋ ਜਾਊ। ਹੁਣ ਵਰਿੰਦਰ, ਤੁਹਾਨੂੰ ਵੀ ਸ਼ਾਇਦ ਪਤਾ ਹੋਊਗਾ ਕਿ ਤੁਸੀਂ ਵੀ ਸੁਚੇਤ ਜੇ, ਪੜ੍ਹਦੇ ਜੇ, ਅਵੇਅਰ ਜੇ, ਕਿ ਦੁਨੀਆ ਦੇ ਸਭ ਤੋਂ ਬਿਹਤਰ ਮੰਡੀਕਰਨ ਸਿਸਟਮ ਹੋਰ ਵੀ ਹੋਣਗੇ। ਜੇ ਸਭ ਤੋਂ ਬਿਹਤਰ ਮੰਡੀਕਰਨ ਪੂਰੀ ਦੁਨੀਆ 'ਚ, ਹਿੰਦੁਸਤਾਨ ਦਾ ਨਹੀਂ, ਪੂਰੀ ਦੁਨੀਆ 'ਚ, ਉਹ ਪੰਜਾਬ ਦਾ ਮੰਡੀਕਰਨ ਸਿਸਟਮ ਹੈ। ਨਹੀਂ, ਪੰਜਾਬ ਦਾ ਵੈਸੇ ਵੀ ਖੰਨਾ ਦੀ, ਮਤਲਬ ਮੈਂ ਲੱਗਾ ਗੱਲ ਜਿਹੜੀਆਂ ਉਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਨਾ, ਸਾਡੇ 12,000 ਪਿੰਡ ਹੈ ਤੇ 2205 ਮੰਡੀਆਂ। ਤੁਸੀਂ ਆਪਦੇ ਪਿੰਡਾਂ ਨਾਲ ਨਿਗਾਹ ਮਾਰ ਕੇ ਵੇਖ ਲਿਆ, ਜੇ 2 ਕਿਲੋਮੀਟਰ ਸੱਜੇ ਚੱਲ ਜਾਓ, 2 ਕਿਲੋਮੀਟਰ ਖੱਬੇ ਚੱਲ ਜਾਓ, 2, 2.5, 3 ਕਿਲੋਮੀਟਰ ਤੇ ਤੁਹਾਨੂੰ ਮੰਡੀ ਮਿਲ ਜੂਗੀ। ਇਹ ਕਿਹਨੇ ਦਿੱਤੀਆਂ? ਇਹ 90% ਤੋਂ ਉੱਤੇ ਜਿਹੜੀਆਂ ਸਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ। 1977 'ਚ ਸਰਕਾਰ ਬਣੀ ਸੀ, ਉਦੋਂ ਫੋਕਲ ਪੁਆਇੰਟਾਂ ਦੀ ਸਕੀਮ ਸਰ ਪ੍ਰਕਾਸ਼ ਸਿੰਘ ਬਾਦਲ ਨੇ ਲਿਆਂਦੀ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਤੁਸੀਂ ਕਿਸੇ ਵੀ ਮੰਡੀ 'ਚ ਚੱਲ ਜਾਓ, ਪੁੱਛ ਲਿਆ ਜੀ ਬਣੀ ਕਦੋਂ ਸੀਗੀ, ਤਾਂ ਸਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ। ਕਿਤੇ ਬਿਜਲੀ ਘਰਾਂ 'ਚ ਚਲੇ ਜਾਓ ਵੀ ਇਹ ਬਿਜਲੀ ਘਰ ਕਿਹਦੇ ਸਰਕਾਰ ਵੇਲੇ ਬਣਿਆ ਸੀਗਾ, ਉਹ ਕਹਿਣਗੇ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਬਣਿਆ ਸੀਗਾ। ਇਹ ਵੱਡੀ ਸੜਕ ਕਿਹਦੇ ਬਣੀ ਸੀਗੀ, ਨੀਂਹ ਪੱਥਰ ਕਿਹਦਾ ਸੀਗਾ, ਜਾਂ ਜਿਹੜੇ ਥਰਮਲ ਪਲਾਂਟ ਆਏ ਨੇ, ਜਾਂ ਹੋਰ ਜਿਹੜੇ ਜੋ ਕੁਛ ਵੀ ਜਿੱਥੇ ਵੀ ਤੁਹਾਨੂੰ ਕੁਝ ਦਿਸੂਗਾ, ਉਹ ਸਰ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਦੀ ਉੱਥੇ, ਜਾਂ ਉਸ ਅਕਾਲੀ ਸਰਕਾਰ ਦੇ ਨਾਂ ਦਾ ਉੱਥੇ ਬੋਰਡ ਲੱਗਾ ਹੋਊਗਾ। ਇਸ ਕਰਕੇ ਜਿਹੜਾ ਕਿਸਾਨੀ ਜਿੱਥੇ ਤੱਕ ਇਸੇ ਮਸਲੇ ਤੇ ਇੱਕ ਵਾਰ ਗੱਲ ਹੋ ਰਹੀ ਸੀ ਕਿਸੇ ਦੋਸਤ ਦੇ ਨਾਲ, ਤਾਂ ਉਹਨਾਂ ਨੇ ਇਦਾਂ ਹੀ ਕਿਹਾ ਕਿ ਅਕਾਲੀ ਦਲ ਸਾਰਿਆਂ ਦੀ, ਭਾਵੇਂ ਉਹ ਗਿਆਨੀ ਜੈਲ ਸਿੰਘ ਨੇ ਕੰਮ ਕੀਤਾ ਹੋਵੇ, ਭਾਵੇਂ ਕਿਸੇ ਨੇ ਕੀਤਾ ਹੋਵੇ, ਤਾਂ ਉਹ ਆਪਦੇ ਖਾਤੇ 'ਚ ਪਵਾ ਲੈਂਦੇ ਸਰ। ਨਹੀਂ, ਅਸੀਂ ਖਾਤੇ 'ਚ ਨਹੀਂ, ਅਸੀਂ ਤੇ ਉੱਪਰ ਚੈਲੰਜ ਕਰਦੇ ਹਾਂ ਜੀ, ਕੋਈ ਦੱਸੇ ਤਾਂ ਸਹੀ। ਗਿਆਨੀ ਜੈਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ। ਪ੍ਰਤਾਪ ਸਿੰਘ ਕੈਰੋਂ ਨੇ ਜਿਹੜਾ ਸਾਡਾ ਹੈਗਾ ਆ ਹੈਡਵਰਕਸ, ਜਿਹੜਾ ਸਭ ਤੋਂ ਪੁਰਾਣਾ ਆ, ਉਹਨੂੰ ਕੀ ਕਹਿੰਦੇ ਆ, ਨਹੀਂ ਹਾਂਜੀ, ਸਭ ਤੋਂ ਪੁਰਾਣਾ ਨੰਗਲ ਦੇ ਲਾਗੇ ਜਿਹੜਾ, ਹਾਂਜੀ, ਉਹ ਜਿਹੜਾ ਉਹ ਬਣਾਇਆ ਸੀਗਾ। ਇਸ ਤੋਂ ਇਲਾਵਾ ਤਾਂ ਹੋਰ ਕੁਝ ਨਹੀਂ ਗਾ। ਜਾਂ ਐਗਰੀਕਲਚਰ ਯੂਨੀਵਰਸਿਟੀ ਬਣਾਈ ਸੀਗੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ ਦੀ ਸਰਕਾਰ ਜਿਹੜੀ, ਇਹ ਉਸ ਸਮੇਂ ਸਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ, ਜਦੋਂ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਫਰੀਦਕੋਟ, ਜਿਹੜੀ ਫਰੀਦਕੋਟ ਯੂਨੀਵਰਸਿਟੀ ਜਾ ਕੇ ਉੱਥੇ ਬੋਲ ਕੇ ਵੀ ਆਏ ਸੀਗੇ ਲਾ ਕਾਲਜ ਦੇ ਵਿੱਚ, ਕਿ ਸਾਡੇ ਇਹ ਕਾਲਜ ਤੇ ਯੂਨੀਵਰਸਿਟੀਆਂ ਸਾਡੀ ਦੇਣ ਹੈ। ਬਿਲਕੁਲ, ਉੱਥੋਂ ਜੀ ਫਰੀਦਕੋਟ ਯੂਨੀਵਰਸਿਟੀ ਦੀ ਗੱਲ ਕਰ ਲਈਏ, ਪਰ ਸੈਂਟਰਲ ਯੂਨੀਵਰਸਿਟੀ ਦੀ ਬਠਿੰਡੇ ਦੀ ਗੱਲ ਕਰ ਲਈਏ, ਹਾਂਜੀ, ਇਹ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਬਾਹਲੀਆਂ ਜਿਹੜੀਆਂ ਨੇ, ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਤੇ ਜਿਹੜੀਆਂ ਹੋਰ ਵੀ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰ ਲਈਏ, ਜਾਂ ਜਿਹੜੀਆਂ ਹੋਰ ਪੰਜਾਬ ਦੇ ਅੰਦਰ ਯੂਨੀਵਰਸਿਟੀਆਂ ਖੁੱਲ੍ਹੀਆਂ ਨੇ, ਚਾਹੇ ਪ੍ਰਾਈਵੇਟ ਨੇ, ਚਾਹੇ ਲਵਲੀ ਯੂਨੀਵਰਸਿਟੀ ਦੀ ਗੱਲ ਕਰ ਲਈਏ। ਅੱਜ ਕਿਸੇ ਬੱਚੇ ਨੂੰ ਪੁੱਛ ਕੇ ਲੋ, ਉਹ ਕਿੱਥੇ ਪੜ੍ਹਦਾ, ਮੈਂ ਲਵਲੀ ਯੂਨੀਵਰਸਿਟੀ ਪੜ੍ਹਦਾ ਜੀ। ਤੂੰ ਕਾਕਾ ਕਿੱਥੇ ਪੜ੍ਹਦਾ ਹੈ? ਮੈਂ ਜੀ ਚੰਡੀਗੜ੍ਹ ਜਿਹੜੀ ਹੈਗੀ ਯੂਨੀਵਰਸਿਟੀ, ਉੱਥੇ ਪੜ੍ਹਦਾ ਜੀ। ਇਹ ਜਿਹੜੀਆਂ ਯੂਨੀਵਰਸਿਟੀਆਂ ਨੇ, ਇਹ ਵੀ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਦੇਣ ਹੈ। ਸੋ ਤੁਹਾਡਾ ਧੰਨਵਾਦ ਜੀ ਅੱਜ ਦੇ ਵਾਸਤੇ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਜੀ।